ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਅੱਜ ਦਾ ਵਿਚਾਰ ਜਪਜੀ ਸਾਹਿਬ ਦੀ 21ਵੀਂ ਪੌੜੀ ਹੈ ਜੀ। ਆਓ ਸਾਰੇ ਮਿਲ ਕੇ ਪਹਿਲਾਂ ਪੌੜੀ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਪੰਕਤੀਆਂ ਦੇ ਅਰਥ ਕਰਾਂਗੇ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਇ, ਬਿਨ ਗੁਣ ਕੀਤੇ ਭਗਤ ਨ ਹੋਏ। ਸਵਾਸ ਆਤ ਬਾਣੀ ਬਰਮਾਓ, ਸਤ ਸਹਾਣ ਸਦਾ ਮਨ ਚਾਓ। ਕਵਣ ਸਵੇਲਾ ਵਕਤ ਕਵਣ, ਕਵਣ ਤਿਥ ਕਵਣ ਵਾਰ। ਕਵਣ ਸੁਰਤੀ ਮੈਂ ਕਵਣ, ਜਿਤ ਹੋਆ ਆਕਾਰ। ਵੇਲ ਨ ਪਾਇਆ ਪੰਡਤੀ, ਜੇ ਹੋਵੇ ਲੇਖਕ ਪੁਰਾਣ। ਵਕਤ ਨ ਪਾਇਆ ਕਾਦੀਆਂ, ਜੇ ਲਿਖਣ ਲੇਖ ਕੁਰਾਨ। ਤਿਥੀ ਵਾਰ ਨ ਜੋਗੀ ਜਾਣੈ, ਰੁੱਤੇ ਮਾਏ ਨ ਕੋਇ। ਜਾ ਕਰਤਾ ਸਿੱਠੀ ਕੋ ਸਾਜੈ, ਆਪੇ ਜਾਣੇ ਸੋਏ। ਕਿਵ ਕਰ ਆਖਾ ਕਿਵ ਸਲਾਈ, ਕਿਉ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇਕ ਦੋ ਇਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪੇ ਜਾਣੈ, ਅੱਗੇ ਗਿਆ ਨ ਸੋਹੈ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਤੀਰਥਾਂ ਦਾ ਭਰਮਣ ਤੇ ਤਪਾਂ ਦੀ ਘਾਲਣਾ, ਪੁੰਨ ਦਾਨ ਕਰਨਾ, ਇਹਨਾਂ ਸਾਰੀਆਂ ਧਾਰਮਿਕ ਪ੍ਰਕਿਰਿਆਵਾਂ ਕਰਨ ਦਾ ਤਿਲ ਮਾਤਰ ਵੀ ਲਾਭ ਨਹੀਂ। ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਤੀਰਥ ਨਾਏ ਨਾ ਉਤਰਸ ਮੈਲ, ਕਰਮ ਧਰਮ ਸਭ ਹਉਮੈ ਫੈਲ। ਅਸੀਂ ਜਪ ਬਾਣੀ ਦੀਆਂ ਪਿਛਲੀਆਂ ਪੌੜੀਆਂ ਵਿੱਚ ਵੀ ਵਿਚਾਰ ਕਰ ਆਏ ਹਾਂ ਕਿ ਤੀਰਥ ਨਾਵਾ ਜੇ ਤਿਸ ਪਾਵਾਂ। ਭਾਵ ਕਿ ਉਹ ਹੀ ਤੀਰਥ ਚੰਗਾ ਹੈ ਜੋ ਅਕਾਲ ਪੁਰਖ ਨੂੰ ਸਵੀਕਾਰ ਹੈ। ਸੋ ਉਹ ਤੀਰਥ ਕਿਹੜਾ ਹੈ ਤੇ ਕਿਸ ਤਰ੍ਹਾਂ ਪਹੁੰਚਣਾ ਹੈ ਉੱਥੇ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਸੋ ਸਰਵਣ ਅਤੇ ਮੰਨਣ ਕਰਨ ਨਾਲ ਗੁਰੂ ਗਿਆਨ ਦੇ ਅਸਰ ਹੇਠ ਅੰਦਰ ਦਾ ਤੀਰਥ ਕੀਤਿਆਂ ਮਨ ਦੀ ਮੈਲ ਉਤਰਦੀ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਇ, ਬਿਨ ਗੁਣ ਕੀਤੈ ਭਗਤ ਨ ਹੋਏ। ਸਵਾਸ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਐਸਾ ਮਨੁੱਖ ਜਿਸ ਨੇ ਅੰਦਰਲੇ ਤੀਰਥ ਦਾ, ਗੁਰੂ ਗਿਆਨ ਦਾ ਇਸ਼ਨਾਨ ਕੀਤਾ ਹੋਵੇ, ਉਹ ਪ੍ਰਾਰਥਨਾ ਕਰਦਾ ਹੈ ਕਿ ਅਕਾਲ ਪੁਰਖ ਹੀ ਸਾਰੇ ਗੁਣਾਂ ਦਾ ਖਜ਼ਾਨਾ ਹੈ ਅਤੇ ਹਉਮੈ ਦਾ ਰੋਗ ਆਪਣੀ ਬਾਣੀ ਦੇ ਬ੍ਰਹਮ ਗਿਆਨ ਦੁਆਰਾ ਹਉਮੈ ਦੇ ਰੋਗ ਨੂੰ ਕੱਟਦਾ ਹੈ। ਇਸ ਬਾਣੀ ਦੇ ਸੁਣਨ ਤੇ ਮੰਨਣ ਦੁਆਰਾ ਬ੍ਰਹਮ ਗਿਆਨੀ ਦਾ ਜੋ ਸੂਝ ਮਿਲਦੀ ਹੈ, ਉਸ ਨਾਲ ਮਨ ਅੰਦਰ ਖੇੜਾ ਅਤੇ ਚਾਅ ਭਾਵ ਉਮੰਗ ਪੈਦਾ ਹੁੰਦਾ ਹੈ। ਕਵਣ ਸਵੇਲਾ ਵਕਤ ਕਵਣ, ਕਵਣ ਤਿਥ ਕਵਣ ਵਾਰ। ਕਵਣ ਸੁਰਤੀ ਮੈਂ ਕਵਣ,
ਜਿਤ ਹੋਆ ਆਕਾਰ। ਇਹਨਾਂ ਪੰਕਤੀਆਂ ਦੇ ਵਿੱਚ ਸੰਸਾਰ ਦੀ ਰਚਨਾ ਦਾ ਵਿਸ਼ਾ ਮੁੜ ਦੁਹਰਾਇਆ ਜਾ ਰਿਹਾ ਹੈ। ਇਹਨਾਂ ਪੰਕਤੀਆਂ ਵਿੱਚ ਅਨੇਕ ਮਤ ਤੇ ਮਤਾਂਤਰਾਂ ਦੇ ਇਸ ਵਿਸ਼ੇ 'ਤੇ ਸਵਾਲ ਸਪਸ਼ਟ ਕੀਤੇ ਜਾ ਰਹੇ ਹਨ। ਸੋ ਉਹ ਸਵਾਲ ਹਨ, ਸੰਸਾਰ ਦੀ ਰਚਨਾ ਕਿਸ ਵੇਲੇ ਹੋਈ, ਕੀ ਸਮਾਂ ਸੀ, ਕਿਹੜੀ ਰੁੱਤ ਸੀ ਤੇ ਕਿਹੜਾ ਮਹੀਨਾ ਸੀ। ਇਹਨਾਂ ਸਵਾਲਾਂ ਦਾ ਜਵਾਬ ਗੁਰੂ ਜੀ ਅਗਲੀਆਂ ਪੰਕਤੀਆਂ ਵਿੱਚ ਦੇ ਰਹੇ ਹਨ। ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਤਿੱਥੀ ਵਾਰ ਨਾ ਜੋਗੀ ਜਾਣੈ, ਰੁੱਤੀ ਮਾਇ ਨ ਕੋਏ, ਜਾ ਕਰਤਾ ਸਿੱਠੀ ਕੋ ਸਾਜੈ, ਆਪੇ ਜਾਣੇ ਸੋਹੇ। ਇਸ ਦਾ ਸਾਰ ਨਾ ਪੰਡਤ ਕੋਲ ਹੈ, ਨਾ ਕਾਜੀ ਕੋਲ ਅਤੇ ਨਾ ਹੀ ਯੋਗੀ ਕੋਲ। ਭਾਵ ਸਾਰੇ ਮਤ ਮਤਾਂਤਰ ਅਤੇ ਧਰਮ ਗ੍ਰੰਥ ਇਸ ਪੱਖੋਂ ਅਸਮਰੱਥ ਹਨ। ਗੁਰੂ ਜੀ ਆਪਣਾ ਜਵਾਬ ਦਿੰਦੇ ਹਨ ਕਿ ਕਰਤਾ ਜਿਸ ਨੇ ਸ੍ਰਿਸ਼ਟੀ ਨੂੰ ਸਾਜਿਆ ਹੈ ਉਹੀ ਇਹ ਦੱਸ ਸਕਦਾ ਹੈ, ਉਸ ਤੋਂ ਸਿਵਾ ਕੋਈ ਜਾਣ ਨਹੀਂ ਸਕਦਾ। ਕਿਵ ਕਾ ਰਾਖਾ ਕਿਵ ਸਾ ਲਾਈ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੋ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ, ਨਾਨਕ ਜੇ ਕੋ ਆਪੇ ਜਾਣੇ, ਅੱਗੇ ਗਿਆਨ ਸੋ ਹੈ। ਗੁਰੂ ਜੀ ਕਹਿ ਰਹੇ ਹਨ ਕਿ ਸੂਰਤ ਹਾਲ ਵਿੱਚ ਰਚਨਾ ਦੇ ਸਮੇਂ ਬਾਰੇ ਕੀ ਆਖਿਆ ਜਾ ਸਕਦਾ ਹੈ, ਕੀ ਸਲਾਹ ਦਿੱਤੀ ਜਾ ਸਕਦੀ ਹੈ, ਕਿਵੇਂ ਜਾਣਿਆ ਜਾ ਸਕਦਾ ਹੈ। ਆਖਣ ਨੂੰ ਤਾਂ ਸਭ ਕੋਈ ਆਖਦਾ ਹੈ ਅਤੇ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ। ਅਖੀਰ ਵਿੱਚ ਗੁਰੂ ਜੀ ਕਹਿ ਰਹੇ ਹਨ ਕਿ ਇਹ ਕਥਨ ਤੇ ਕਰਨ ਦੀ ਗਲਤੀ ਕਰ ਲਵੋ ਤੇ ਉਸਨੂੰ ਸਮਝ ਲੈਣਾ ਚਾਹੀਦਾ ਹੈ ਕਿ ਅੱਗੇ ਗਿਆ ਯਾਨੀ ਕਿ ਰੱਬੀ ਦਰਬਾਰ ਵਿੱਚ ਪਹੁੰਚਿਆਂ ਉਸਦੀ ਕੋਈ ਸ਼ੋਭਾ ਨਹੀਂ। ਸੋ ਇਸ ਪੌੜੀ ਦਾ ਸਾਰ ਅਸੀਂ ਇਹ ਸਮਝ ਸਕਦੇ ਹਾਂ ਕਿ ਗੁਰੂ ਜੀ ਸਾਨੂੰ ਮੁੜ ਮੁੜ ਕਰਮ ਅਤੇ ਕਾਂਟ ਤੋਂ ਵਰਜਦੇ ਹਨ। ਗੁਰਬਾਣੀ ਵਿੱਚ ਅਸਲੀ ਤੀਰਥ ਦੀ ਤਸ਼ਵੀਹ ਨਾਮ ਨਾਲ ਕੀਤੀ ਹੈ, ਜੋ ਕਿ ਸਾਡੇ ਅੰਦਰ ਉਸ ਪਰਮੇਸ਼ਰ ਦੇ ਗਿਆਨ ਦੇ ਰੂਪ ਵਿੱਚ ਹੈ ਅਤੇ ਗਿਆਨ ਦੇ ਰੂਪ ਵਿੱਚ ਸਥਾਪਿਤ ਹੈ। ਦੂਸਰੀ ਸਿੱਖ ਅਸੀਂ ਇਹ ਲੈ ਸਕਦੇ ਹਾਂ ਕਿ ਇਨਸਾਨ ਦੀ ਇਤਨੀ ਸਮਰੱਥਾ ਨਹੀਂ ਕਿ ਉਸ ਅਕਾਲ ਪੁਰਖ ਦੀ ਅਤੇ ਉਸਦੇ ਬਣਾਏ ਹੋਏ ਸਮੇਂ ਦੀ ਹੱਦ ਲੱਭ ਲਵੇ। ਮਨੁੱਖ ਵਾਸਤੇ ਬਿਹਤਰੀ ਇਸੇ ਵਿੱਚ ਹੀ ਹੈ ਕਿ ਆਪਣੀ ਮਤ ਅਨੁਸਾਰ ਬਾਹਰ ਦੇ ਕਰਮ ਧਰਮ ਅਤੇ ਅਨੇਕ ਧਾਰਮਿਕ ਕਿਰਿਆ ਤਿਆਗ ਕੇ ਆਪਣੇ ਅੰਦਰ ਗੁਣਾਂ ਦਾ ਪ੍ਰਵੇਸ਼ ਕਰਾਏ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਆਪ ਸਭ ਕੋਲੋਂ ਮਾਫੀ ਮੰਗਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।